ਐਸ ਕੋਹੜੀ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ ਪੈਦਾ ਹੋਇਆ ਸੀ ਕਦੇ, ਜਿਹਦਾ ਲੋਹਾ ਅੰਗਰੇਜ਼ਾਂ ਨੇ ਵੀ ਮੰਨਿਆ, ਜਿਨ੍ਹਾਂ ਦੇ ਸਦਕਾ ਅੱਜ ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆ ਦੇ ਵਿੱਚ ਮਾਣ ਨਾਲ ਬੋਲਿਆ ਜਾਂਦਾ ਹੈ। ਬਲਵੰਤ ਗਾਰਗੀ ਸਾਹਿਬ, ਉਹਨਾਂ ਬਾਰੇ ਜੋ ਵੀ ਅੱਜ ਕੁਝ ਬੋਲਿਆ ਜਾਣਾ ਨਾ, ਉਹ ਤੁਸੀਂ ਵੀ ਸੁਣਨਾ, ਆਪਣੇ ਬੱਚਿਆਂ ਨੂੰ ਵੀ ਸੁਣਾਉਣਾ ਤੇ ਆਪਣੇ ਦੋਸਤਾਂ ਨਾਲ ਸਾਂਝਾ ਵੀ ਕਰਨਾ ਤੁਸੀਂ, ਕਿਉਂਕਿ ਪੰਜਾਬੀ ਮਾਂ ਬੋਲੀ ਦਾ ਇਹ ਪੁੱਤ ਕਦੇ ਵਿਸਰ ਨਾ ਜਾਵੇ, ਯਾਦ ਰੱਖਿਓ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਬਹੁਤ ਤਕੜੀ ਗੱਲਬਾਤ ਹੋਣੀ ਆ। ਤੁਹਾਨੂੰ ਮੈਂ ਦੱਸ ਦਿਆਂ ਵੀ ਇਹ ਡਿੱਗਦੀਆਂ ਹੋਈਆਂ ਇੱਟਾਂ ਕਿਸੇ ਸਮੇਂ ਪੰਜਾਬੀ ਸਾਹਿਤ 'ਚ ਮਜ਼ਬੂਤ ਸਾਹਿਤਕਾਰ, ਨਾਟਕਕਾਰ ਬਲਵੰਤ ਗਾਰਗੀ ਨੂੰ ਸੰਬੰਧ ਰੱਖਦੀਆਂ ਸੀ। ਮਤਲਬ ਕਿ ਉਹਨਾਂ ਦਾ ਜਨਮ ਇਸੇ ਕੋਠੀ ਦੇ ਵਿੱਚ ਹੋਇਆ ਸੀ। ਇਸ ਵਕਤ ਅਸੀਂ ਸਹਿਣੇ ਦੇ ਵਿੱਚ ਹਾਂ। ਸਹਿਣਾ ਬਰਨਾਲੇ ਜ਼ਿਲ੍ਹੇ 'ਚ ਪੈਂਦਾ, ਕਿਸੇ ਸਮੇਂ ਸੰਗਰੂਰ 'ਚ ਵੀ ਸੀ ਤੇ ਕਹਿ ਸਕਦੇ ਹਾਂ ਕਿ ਬਠਿੰਡੇ 'ਚ ਵੀ ਸੀ ਤੇ ਲੁਧਿਆਣੇ 'ਚ ਵੀ ਕਿਸੇ ਸਮੇਂ ਪੈਂਦਾ ਰਿਹਾ। ਪਰ ਆਹ ਜਿਹੜਾ ਕੋਠੀ ਆ ਨਾ, ਇਹ ਖਾਸ ਆ, ਨਹਿਰੀ ਮਹਿਕਮੇ ਦੀ ਕੋਠੀ ਆ। ਪਰ ਇੱਥੇ ਬਲਵੰਤ ਗਾਰਗੀ ਦਾ ਜਨਮ ਹੋਇਆ ਸੀ ਤੇ ਬਲਵੰਤ ਗਾਰਗੀ ਜੀ ਉਹ ਸੀ ਜਿਨ੍ਹਾਂ ਨੇ ਨਾਟਕ ਲਿਖੇ ਤੇ ਪੰਜਾਬੀ ਦੇ ਵਿੱਚ ਬਹੁਤ ਵੱਡਾ ਨਾਂ ਸੀ, ਜਿਨ੍ਹਾਂ ਨੇ ਪੜ੍ਹਾਈ ਵੀ ਲਾਹੌਰ ਤੋਂ ਲੈ ਕੇ ਅਮਰੀਕਾ ਤੱਕ ਕੀਤੀ ਸੀ। ਮਤਲਬ ਕਹਿ ਸਕਦੇ ਹਾਂ ਕਿ ਇੰਟਰਨੈਸ਼ਨਲ ਇੱਕ ਸਾਹਿਤਕਾਰ ਸੀਗੇ ਤੇ ਸਾਡੀ ਪੰਜਾਬੀ ਜ਼ੁਬਾਨ ਨੂੰ ਉਹ ਬਹੁਤ ਉੱਪਰ ਲੈ ਕੇ ਗਏ ਸੀ। ਜਿਵੇਂ ਆਪਾਂ ਕਵਿਤਾਵਾਂ ਦੇ ਵਿੱਚ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ, ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰਦੇ ਹਾਂ, ਉਸੇ ਤਰੀਕੇ ਨਾਲ ਨਾਵਲਾਂ ਦੇ ਵਿੱਚ ਨਾਨਕ ਸਿੰਘ ਦੀ ਗੱਲ ਕਰਦੇ ਹਾਂ ਤੇ ਉਸੇ ਤਰੀਕੇ ਨਾਲ ਨਾਟਕਾਂ ਦੇ ਵਿੱਚ ਬਲਵੰਤ ਗਾਰਗੀ ਦਾ ਬਹੁਤ ਵੱਡਾ ਨਾਂ ਸੀ। ਤੇ ਅੱਜ ਆਪਾਂ ਬਲਵੰਤ ਗਾਰਗੀ ਜੀ ਬਾਰੇ ਗੱਲਬਾਤ ਕਰਾਂਗੇ। ਨਾਲੇ ਇਸ ਪਿੰਡ ਦੇ ਸਾਡੇ ਕੋਲ ਮੋਹਤਵਾਰ ਇਨਸਾਨ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਂ 'ਤੇ ਫੈਡਰੇਸ਼ਨ ਵੀ, ਕਲੱਬ ਵੀ ਚਲਾ ਰਹੇ ਆ, ਉਹਨਾਂ ਨਾਲ ਵੀ ਗੱਲ ਕਰਾਂਗੇ। ਤੇ ਨਾਲੇ ਕਿਸ ਕਿਸਮ ਦੇ ਨਾਟਕ ਲਿਖਦੇ ਸੀ, ਤੁਹਾਨੂੰ ਮੈਂ ਦੱਸ ਦਿਆਂ ਵੀ ਬੇਸ਼ੱਕ ਉਹ ਇੰਟਰਨੈਸ਼ਨਲ ਲੈਵਲ ਦਾ ਨਾਟਕਕਾਰ ਸੀ, ਪਰ ਉਹਦੇ ਨਾਟਕਾਂ ਦੇ ਵਿੱਚ ਜਿਹੜੀ ਗੱਲਬਾਤ ਸੀ ਨਾ, ਠੇਠ ਪੰਜਾਬੀ, ਮਤਲਬ ਉਹ ਸਧਾਰਨ ਗੱਲਾਂ ਸੀ ਪੇਂਡੂ ਜੀਵਨ ਦੀਆਂ। ਮਤਲਬ ਕਿ ਜੋ ਮਾਲਵੀ ਦੀ ਬੋਲੀ ਦੇ ਵਿੱਚ ਇੱਕ ਰੜਕ ਤੇ ਗੜਕ ਆ ਨਾ, ਉਹ ਉਹਨਾਂ ਦੇ ਨਾਟਕਾਂ ਦੇ ਵਿੱਚ ਵੀ ਦਿਸਦੀ ਸੀ। ਇੱਕ ਵਾਰੀ ਦੱਸਦੇ ਹਾਂ ਵੀ ਬਲਵੰਤ ਗਾਰਗੀ ਦੀ ਮਾਂ ਕਿਹੜਾ ਬਲਵੰਤ ਤੇ ਕੁਲਵੰਤ ਦੋ ਭਰਾ ਹੁੰਦੇ ਸੀ। ਇਹਨਾਂ ਨੂੰ ਇੱਕ ਬਾਬੇ ਕੋਲੇ ਲੈ ਕੇ ਗਏ, ਕਹਿੰਦੇ ਟਿੱਲੇ ਤੇ ਵੀ ਦੱਸੋ ਭਾਈ ਇਹਨਾਂ 'ਚੋਂ ਪੜੂਗਾ ਕਿਹੜਾ, ਕਿਉਂਕਿ ਉਹਦੀ ਉਦੋਂ ਗੁੰਜਾਇਸ਼ ਨਹੀਂ ਸੀ ਇੰਨੀ ਕਿ ਉਹ ਦੋਨਾਂ ਨੂੰ ਪੜ੍ਹਾ ਸਕੇ। ਤਾਂ ਉਹਦੀ ਸਾਧ ਨੇ ਕਹਿੰਦਾ ਵੀ ਬਲਵੰਤ ਗਾਰਗੀ ਆਪ ਹੀ ਲਿਖਦਾ, ਕਹਿੰਦਾ ਵੀ ਇੱਕ ਲਿਬੜਿਆ ਜਿਹਾ ਸਾਧ ਸੀ, ਉਹਨੇ ਚੰਗੀ ਤਰ੍ਹਾਂ ਮੈਨੂੰ ਦੇਖਿਆ ਵੀ ਨਹੀਂ, ਇਸ਼ਾਰਾ ਕਰਕੇ ਕਹਿੰਦਾ ਵੀ ਆਹ ਪੜੂਗਾ। ਮਤਲਬ ਉਦੋਂ ਬਾਅਦ 'ਚ ਫਿਰ ਕੀ ਸੀ ਕਿ ਮੈਨੂੰ ਪਿੰਡ ਦੇ ਗੁਰਦੁਆਰੇ ਦੇ ਵਿੱਚ ਛੱਡਿਆ ਏ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਸਕੂਲ ਤਾਂ ਨਹੀਂ ਸੀ ਹੁੰਦੇ। ਤੇ ਉਸ ਤੋਂ ਬਾਅਦ ਫਿਰ ਗੱਲ ਕੀ ਹੋਈ ਕਿ ਉਦੋਂ ਬਾਅਦ 'ਚ ਨਿਹੰਗਾ ਆਇਆ, ਬਾਬਾ ਆਇਆ ਜਿਹੜਾ ਪੜ੍ਹਾਉਂਦਾ ਹੁੰਦਾ ਸੀਗਾ। ਉਹ ਵੀ ਕੀ ਹੁੰਦਾ ਸੀ, ਘੁਮੱਕੜ ਸੀ, ਬੰਦਾ ਘੁੰਮਦਾ ਰਹਿੰਦਾ ਸੀ। ਮਤਲਬ ਉਹਨੇ ਕੀ ਹੋਣਾ, ਇੱਕ ਵਾਰੀ ਆਉਣਾ, ਸੰਥਿਆ ਦੇ ਜਾਣੀ, ਅਗਲੀ ਵਾਰੀ ਗੇੜੇ ਨੂੰ ਆ ਕੇ ਉਹ ਸੁਣ ਲੈਣੀ, ਇੰਨਾ ਹੀ ਕੰਮ ਸੀ ਉਹਦਾ। ਤੇ ਜਵਾਕ ਖੇਡਦੇ ਫਿਰ ਇਹਦੇ ਬਾਬਾ ਘੋੜਾ ਦੌੜਾਈ ਤੁਰਿਆ ਆਵੇ, ਆਉਣ ਸਾਰੀ ਉਹਨੇ ਸਾਰਿਆਂ ਜਵਾਕਾਂ ਲਈ ਦੇਖਿਆ ਤੇ ਉਹਦੀ ਨਿਗਾਹ ਪਈ ਬਲਵੰਤ ਗਾਰਗੀ ਤੇ। ਕਦੇ ਕਾਕਾ ਖੇਡਦਾ ਹੁੰਨਾ, ਕਹਿੰਦਾ ਨਹੀਂ ਜੀ, ਤੇ ਫਿਰ ਕੀ ਕਰਨਾ ਆ, ਕਦੇ ਪੜ੍ਹਨਾ ਆ, ਕਦੇ ਚੱਲ ਸੁਣਾ ਕੀ ਸੁਣਾਉਣਾ। ਤਾਂ ਬਲਵੰਤ ਗਾਰਗੀ ਕਹਿੰਦਾ ਹਜੇ ਤਾਂ ਜੀ ਮੈਨੂੰ ਪੜ੍ਹਾਈ ਕੁਛ ਨਹੀਂ ਤੇ ਮੈਂ ਕੀ ਸੁਣਾਵਾਂ। ਤੇ ਫਿਰ ਕੀ ਕਹਿੰਦੇ ਵੀ ਉਹ ਬਾਬੇ ਨੇ ਨੇਜੇ ਦੇ ਨਾਲ ਏਕਾ ਵਾਤਾ ਤੇ ਖੁੱਲੇ ਮੂੰਹ ਵਾਲਾ ਊੜਾ, ਇਹ ਬਲਵੰਤ ਗਾਰਗੀ ਦੀ ਜ਼ੁਬਾਨੀ ਗੱਲਾਂ ਨੇ। ਤਾਂ ਉਹ ਏਕਮਕਾਰ ਕਹਿੰਦੇ ਵੀ ਬੋਲ ਏਕਮਕਾਰ ਤੇ ਮੱਥਾ ਟੇਕ। ਮਤਲਬ ਉਸ ਤੋਂ ਬਾਅਦ ਬਲਵੰਤ ਗਾਰਗੀ ਦੱਸਦਾ ਆਪਦੀਆਂ ਰਚਨਾਵਾਂ ਦੇ ਵਿੱਚ, ਆਪਦੀ ਜੀਵਨੀ ਦੇ ਵਿੱਚ, ਕਹਿੰਦਾ ਵੀ ਮੇਰਾ ਪਹਿਲਾ ਤੇ ਆਖਰੀ ਸਬਕ ਏਕਮਕਾਰੀ ਸੀ ਤੇ ਜੋ ਵੀ ਕੁਝ ਮੈਂ ਲਿਖਿਆ ਸਾਰਾ ਕੁਝ ਉਹਦੇ ਦਰਮਿਆਨ ਹੀ ਸੀ। ਮਤਲਬ ਇਸ ਕਿਸਮ ਦਾ ਸੀ ਬਲਵੰਤ ਗਾਰਗੀ ਤੇ ਉਹਨੇ ਜੋ ਵੀ ਲਿਖਿਆ ਖੁੱਲ੍ਹ ਦਿਲੀ ਦੇ ਨਾਲ ਲਿਖਿਆ। ਮਤਲਬ ਇਹ ਨਹੀਂ ਗਾ ਵੀ ਪੜਦਾ ਪੁੜਦਾ ਰੱਖਿਆ, ਜੋ ਗੱਲ ਕਹਿਤੀ ਤਾਂ ਕਹਿਤੀ ਬਸ, ਇਹ ਹਿਸਾਬ ਕਿਤਾਬ ਸੀ। ਅੱਜ ਉਹਨਾਂ ਦੇ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਦਰਸ਼ਕੋ, ਬਲਵੰਤ ਗਾਰਗੀ ਦਾ ਜਨਮ 4 ਦਸੰਬਰ 1916 'ਚ ਹੋਇਆ ਸੀਗਾ ਤੇ ਜੋ ਬਲਵੰਤ ਗਾਰਗੀ ਦੇ ਪਿਤਾ ਜੀ ਸੀ ਉਹ ਨਹਿਰੀ ਮਹਿਕਮੇ 'ਚ ਹੁੰਦੇ ਸੀਗੇ। ਤੁਹਾਨੂੰ ਦੱਸਦੇ ਹਾਂ ਵੀ ਬਲਵੰਤ ਗਾਰਗੀ ਦਾ ਇੱਕ ਨਾਟਕ ਸੀ ਕਣਕ ਦੀ ਬੱਲੀ, ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਸੀ। ਕਿਹਾ ਜਾਂਦਾ ਵੀ ਅਮਰੀਕਾ ਦੇ ਵਿੱਚ ਇੱਕ ਸਟੇਡੀਅਮ ਨੁਮਾ ਸੀਗਾ, ਵਿਚਾਲੇ ਮਤਲਬ ਖੜ੍ਹ ਕੇ ਇਹਨਾਂ ਨੇ ਨਾਟਕ ਕਰਵਾਇਆ ਸੀ। ਮਤਲਬ ਇੱਕ ਬਹੁਤ ਵੱਡੀ ਚੁਣੌਤੀ ਸੀ ਜਿਹਦੇ ਇਰਦ ਗਿਰਦ ਸਾਰੇ ਦਰਸ਼ਕ ਬੈਠੇ ਹੋਏ ਸੀ। ਉਹ ਅਮਰੀਕਾ ਦੀ ਗੱਲ ਸੀ। ਮਤਲਬ ਉੱਥੋਂ ਬਹੁਤ ਪ੍ਰਸਿੱਧ ਹੋਏ ਵੀ ਕਲਾ ਰੱਖਦਾ ਸੀਗਾ। ਤੁਹਾਨੂੰ ਮੈਂ ਦੱਸਦੇ ਹਾਂ ਵੀ ਨਾਟਕਤਾ ਦੇ ਵਿੱਚ ਸਭ ਤੋਂ ਅਗਰ ਭਾਰਤ ਦੇ ਇਤਿਹਾਸ 'ਚ ਚਰਚਾ ਕਰੀਏ ਤਾਂ ਭਰਤ ਮੁਨੀ ਹੋਇਆ ਵਾ। ਉਹਨੇ ਆਪਦੇ ਨਾਟ ਸ਼ਾਸਤਰ 'ਚ ਲਿਖਿਆ ਵੀ ਕਿਸੇ ਸਮੇਂ ਨਾਟਕ ਖੁੱਲ੍ਹੇ ਡੁੱਲੇ ਮਾਹੌਲ 'ਚ ਲਿਖੇ ਜਾਂਦੇ ਹੁੰਦੇ ਸੀਗੇ ਤੇ ਪਰ ਬਲਵੰਤ ਗਾਰਗੀ ਨੇ ਵੀ ਉਹੀ ਤਕਨੀਕਾਂ ਅਪਣਾਈਆਂ, ਮਤਲਬ ਕਿ ਵਿਧਾਵਾਂ ਉਹੀ ਵਰਤੀਆਂ। ਕਹਿੰਦੇ ਵੀ ਉਸ ਤੋਂ ਬਾਅਦ ਫਿਰ ਨਾਟਕ ਅੱਗੇ ਪਿੰਡਾਂ 'ਚ ਜਦੋਂ ਹੁੰਦੇ ਸੀ, ਜੋ ਵੱਡੀ ਉਮਰ ਦੇ ਨੇ ਉਹ ਤਾਂ ਜਾਣਦੇ ਹੋਣਗੇ ਕਿ ਕਈ ਵਾਰੀ ਬੋਰਡ ਪਿੱਪਲਾਂ ਥੱਲੇ ਵੀ ਨਕਲਾਂ ਹੁੰਦੀਆਂ ਰਹੀਆਂ, ਉਹ ਵੀ ਇੱਕ ਨਾਟਕ ਦਾ ਹੀ ਰੂਪ ਸੀਗਾ। ਮਤਲਬ ਇਸ ਕਿਸਮ ਦਾ ਰਿਵਾਜ ਹੁੰਦਾ ਸੀ। ਕਣਕ ਦੀ ਬੱਲੀ ਬਹੁਤ ਸਿਖਰ ਸੀਗਾ। ਇਸ ਤੋਂ ਵੀ ਤੁਹਾਨੂੰ ਦੱਸਦੇ ਹਾਂ ਵੀ ਬਲਵੰਤ ਗਾਰਗੀ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਸੀਗਾ ਤਕਰੀਬਨ 1962 ਦੇ ਵਿੱਚ, ਤੇ ਉਦੋਂ ਬਾਅਦ 'ਚ 1972 'ਚ ਪਦਮ ਸ਼੍ਰੀ ਅਵਾਰਡ ਵੀ ਮਿਲਿਆ ਸੀਗਾ। ਮਤਲਬ ਸਾਹਿਤ 'ਚ ਬਹੁਤ ਵੱਡੀ ਦੇਣ ਸੀ। ਇਸ ਤੋਂ ਬਿਨਾਂ ਉਹਨਾਂ ਨੇ ਰੇਖਾ ਚਿੱਤਰ ਵੀ ਲਿਖੇ, ਜਿਵੇਂ ਕਿ ਨਿੰਮ ਦੇ ਪੱਤੇ,
ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਕਾਸ਼ਨੀ ਵਿਹੜਾ, ਸ਼ਰਬਤ ਦੀਆਂ ਘੁੱਟਾਂ। ਇਸ ਤੋਂ ਬਿਨਾਂ ਉਹਨੇ ਨਾਵਲ ਵੀ ਲਿਖਿਆ ਸੀ ਕਿ ਕੱਕਾ ਰੇਤਾ। ਮਤਲਬ ਇਹ ਬਹੁਤ ਪ੍ਰਸਿੱਧ ਹੋਈਆਂ ਸੀ ਰਚਨਾਵਾਂ ਉਹਨਾਂ ਵੇਲਿਆਂ ਦੇ ਵਿੱਚ। ਤੇ ਬਲਵੰਤ ਗਾਰਗੀ ਉਹ ਸੀਗਾ, ਕਹਿੰਦੇ ਵੀ ਕੁਝ ਨਾ ਸਾਹਿਤਕਾਰ ਮੰਨਦੇ ਹੁੰਦੇ ਸੀ ਵੀ ਜਿਹੜੇ ਨਾਟਕ ਹੁੰਦੇ ਆ ਇਹ ਕਿਤਾਬਾਂ 'ਚ ਲਿਖਣ ਵਾਸਤੇ ਹੀ ਹੁੰਦੇ ਆ, ਵੀ ਜਿਹੜਾ ਖੇਡਿਆ ਨਾ ਜਾਵੇ। ਬਲਵੰਤ ਗਾਰਗੀ ਦਾ ਕਹਿਣਾ ਇਹ ਸੀ ਕਿ ਉਹ ਨਾਟਕੀ ਕੀ ਆ ਜਿਹੜਾ ਖੇਡਿਆ ਨਾ ਜਾ ਸਕੇ। ਮਤਲਬ ਕਿ ਉਹ ਨਾਟਕ ਉਸ ਸਮਾਨ ਆ ਵੀ ਜਿਵੇਂ ਕਿ ਇੱਕ ਮਾਂ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਹੋਵੇ। ਮਤਲਬ ਇਹਨੇ ਆਲੋਚਨਾਤਮਕ ਪੱਖ ਵੀ ਬਲਵੰਤ ਗਾਰਗੀ ਨੇ ਲਿਖਿਆ ਸੀਗਾ, ਕਿਤਾਬਾਂ ਲਿਖੀਆਂ ਸੀਗੀਆਂ। ਬਹੁਤ ਸਾਰੇ ਸਾਹਿਤਕਾਰਾਂ ਨਾਲ ਹੋ ਸਕਦਾ ਉਹਦੀ ਬਣਦੀ ਨਾ ਹੋਵੇ। ਖੁਸ਼ਵੰਤ ਸਿੰਘ ਜੀ ਨੇ ਵੀ ਇਹਨਾਂ ਬਾਰੇ ਕਾਫੀ ਕੁਝ ਲਿਖਿਆ, ਕਿਉਂਕਿ ਜਦੋਂ ਤੁਹਾਨੂੰ ਪਤਾ ਹੀ ਹੈ ਜਦੋਂ ਇੱਕ ਦੀ ਚੜ੍ਹਾਈ ਹੋਵੇ ਤਾਂ ਦੂਜੇ ਦੀ ਵੀ ਚੜ੍ਹਾਈ ਹੋਵੇ, ਦੋਨਾਂ 'ਚ ਟਕਰਾਅ ਹੋਣਾ ਤਾਂ ਕਿਤੇ ਨਾ ਕਿਤੇ ਲਾਜ਼ਮੀ ਆ। ਇਹ ਹਰ ਦੁਨੀਆ ਦੇ ਹਰ ਖੇਤਰ 'ਚ ਹੀ ਆ। ਪਰ ਬਲਵੰਤ ਗਾਰਗੀ ਨੇ ਆਪਣੀ ਇੱਕ ਵੱਖਰੀ ਥਾਂ ਬਣਾਈ ਜਿਹੜੀ ਕਿ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ। ਸੋ ਮੈਂ ਦੱਸਦਿਆਂ ਵੀ ਬਹੁਤ ਸਾਰੇ ਸਾਹਿਤ ਦੇ ਵਿੱਚ ਪ੍ਰਵਿਰਤੀਆਂ ਹੁੰਦੀਆਂ ਨੇ। ਇੱਕ ਅਗਾਂਹ-ਵਗਦੂ ਪ੍ਰਵਿਰਤੀ ਹੁੰਦੀ ਆ, ਸੁਧਾਰਵਾਦੀ ਪ੍ਰਵਿਰਤੀ ਹੁੰਦੀ ਆ, ਪ੍ਰਗਤੀਵਾਦੀ ਪ੍ਰਵਿਰਤੀ ਹੁੰਦੀ ਆ। ਪਰ ਬਲਵੰਤ ਗਾਰਗੀ ਕਿਸੇ ਅਗਾਂਹ-ਵਧੂ ਪ੍ਰਵਿਰਤੀ ਨੂੰ ਸੰਬੰਧ ਰੱਖਦਾ ਸੀਗਾ, ਬੇਬਾਕ ਹੋ ਕੇ ਲਿਖਦਾ ਸੀਗਾ। ਉਹ ਪਿੰਡ ਦੀਆਂ ਔਰਤਾਂ, ਮਰਦਾਂ, ਉਹਨਾਂ ਦੇ ਚਰਿੱਤਰ ਨੂੰ ਬਹੁਤ ਤਰੀਕੇ ਨਾਲ ਕਰਦਾ ਸੀ। ਉਹਦੀ ਭਾਸ਼ਾ ਜਮਾਂ ਸਾਦੀ ਹੁੰਦੀ ਸੀ ਤੇ ਵਾਰਤਾਲਾਪ ਉਹਦੇ ਇਉਂ ਹੁੰਦੇ ਸੀ ਕਿ ਜਿਵੇਂ ਆਪਾਂ ਹੀ ਗੱਲਾਂ ਕਰ ਰਹੇ ਹੋਈਏ। ਤੇ ਉਹਦੀ ਖਾਸ ਗੱਲ ਸੀ, ਜੋ ਪਲਾਟ ਸਿਰਜਦਾ ਸੀ ਤਾਂ ਪੇਂਡੂ ਸਰਜ਼ਮੀਨ ਨੂੰ ਮੁੱਖ ਰੱਖ ਕੇ ਸਿਰਜਦਾ ਸੀ। ਉਹਦੇ ਜਿਹੜਾ ਘਟਨਾਕਾਰ ਹੁੰਦੇ ਸੀ ਮੱਧ ਵਰਗੀ ਪਰਿਵਾਰਾਂ ਨੂੰ ਸੰਬੰਧ ਰੱਖਣ ਵਾਲੇ ਹੁੰਦੇ ਸੀ, ਜਿਹੜੇ ਕਰਕੇ ਸਾਰਿਆਂ ਨੂੰ ਉਹ ਗੱਲਾਂ ਆਪਦੇ ਵਰਗੀਆਂ ਹੀ ਲੱਗਦੀਆਂ ਹੁੰਦੀਆਂ ਸੀ। ਦਰਸ਼ਕੋ, ਆਪਣੇ ਨਾਲ ਨਾ ਇਸ ਪਿੰਡ ਦੇ ਵਸਨੀਕ ਵੀ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਬਾਈ ਮੋਹਣੀ ਜੀ ਹੁਣੇ ਨੇ, ਨਾਲ ਹੋਰ ਪਿੰਡ ਦੇ ਨਗਰ ਨਿਵਾਸੀ ਨੇ, ਤੇ ਆਪਾਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਆ। ਬਾਈ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਧੰਨਵਾਦ ਜੀ। ਬਾਈ ਜੀ ਗੱਲ ਉਹ ਆ ਵੀ ਇਹਨਾਂ ਦੇ ਪਿਤਾ ਜੀ ਤਾਰ ਬਾਬੂ ਦੀ ਡਿਊਟੀ ਤੇ ਹੁੰਦੇ ਸੀ। ਤਾਰ ਬਾਬੂ ਦੀ ਡਿਊਟੀ ਸੀ ਇਹਨਾਂ ਦੀ। ਇਹਦੇ ਟਰਸਟ ਦਾ ਨਾਂ ਕੀ ਜੋ ਬਣਾਇਆ ਆਪਾਂ? ਬਲਵੰਤ ਗਾਰਗੀ ਯਾਦਗਾਰੀ ਟਰਸਟ ਸੈਣਾ। ਸੈਣਾ, ਹਾਂਜੀ ਠੀਕ ਆ। ਤੇ ਫਿਰ ਜਿਹੜੇ ਬਾਵਾ ਜ਼ਰਕੇ ਮਤਲਬ ਟੁੱਟ ਭੱਜ ਬਾਵਾ ਹੋ ਚੁੱਕੀ ਆ, ਆਜੋ ਇੱਧਰ ਨੂੰ ਆਪਾਂ ਦੇਖ ਲਈਏ। ਹਾਲਤ ਬਿਲਕੁਲ ਖਸਤਾ ਗਈ ਇਹਦੀ। ਇਹ ਸਾਂਭਿਆ ਨਹੀਂ ਕਿਸੇ ਨੇ? ਕੀ ਕਾਰਨ ਸਬੱਬ ਬਣਿਆ ਵੀ ਏਡਾ ਤਕੜਾ ਸਾਹਿਤਕਾਰ ਹੋਇਆ? ਕਿਉਂਕਿ ਜਿਆਦਾ ਅਨਪੜ੍ਹਤਾ ਕਹਿ ਲੋ, ਪੜ੍ਹੇ ਲਿਖੇ ਵੀ ਅਨਪੜ੍ਹੀ ਸਮਝੋ ਤੁਸੀਂ ਨਾ। ਪੰਚਾਇਤਾਂ ਬਣਦੀਆਂ ਹੀ ਆ, ਹੁਣ ਵੀ ਪੰਚਾਇਤ ਹੈਗੀ ਪਰ ਕਿਸੇ ਦਾ ਧਿਆਨ ਨਹੀਂ ਗਿਆ ਇੱਧਰ। ਤੇ ਪਿਛਲੇ ਸਾਲ ਹੀ ਅਸੀਂ ਮਤਲਬ ਕੁਝ 4 ਦੋਸਤਾਂ ਨੇ ਇਕੱਠੇ ਹੋਏ ਸੀ ਇੱਥੇ ਜੀ, ਤੇ ਸੋਚਿਆ ਵੀ ਆਪਾਂ ਵੀ ਇਹਦੇ ਬਾਰੇ ਕੁਝ ਸੋਚੀਏ। ਤਾਂ ਫਿਰ ਆਪਾਂ ਨੇ ਟਰਸਟ ਬਣਾਇਆ। ਵੈਸੇ ਮੈਂ ਬਲੱਡ ਰੈਗੂਲਰ ਬਲੱਡ ਦਿੰਦਾ ਮੈਂ, ਬਲੱਡ ਡੋਨਰ ਜੀ। ਤੇ ਉਹ ਮੇਰੇ ਨਾਲ ਭਦੌੜ ਤੋਂ ਵੀ ਮੁੰਡੇ ਜੁੜੇ ਵੇ ਆ, ਕਾਫੀ ਸਾਹਿਤਕਾਰ ਮੁੰਡੇ ਜੁੜੇ ਵੇ ਆ। ਤੇ ਉਹ ਕਾਫੀ ਕਿਤੇ ਗੱਲ ਚੱਲਦੀ ਆ, ਕਹਿੰਦਾ ਯਾਰ ਬਲਵੰਤ ਗਾਰਗੀ ਤਾਂ ਇੱਕ ਮਹਾਨ ਸ਼ਖਸੀਅਤ ਸੀ, ਤੁਸੀਂ ਕਹਿੰਦੇ ਚੁੱਪ ਬੈਠੇ ਹੋ। ਸਹੀ ਆ। ਤੇ ਉਹ ਹੁਣ ਜਾਣੀ ਕਿ ਆਪਾਂ ਸਟੈਪ ਚੱਕਿਆ। ਇਹ ਪਿੰਡ ਤੇ ਲਾਂਭੇ ਵਾਲੀ ਗੱਲ ਹੋ ਜਾਣੀ, ਜੇ ਡਿੱਗ ਪਿਆ ਉਦੋਂ ਹੀ ਲਾਂਭਾ ਆਉਣਾ ਸ਼ੁਰੂ ਹੋ ਜਾਣਾ, ਤੁਸੀਂ ਸਾਂਭਿਆ ਨਹੀਂ। ਬਿਲਕੁਲ ਬਿਲਕੁਲ ਹਨਾ, ਇਹ ਗੱਲ ਹੋ ਜਾਂਦੀ ਆ। ਬਿਲਕੁਲ। ਤੇ ਇਹ ਹੋਰ ਵੀ ਸੀਗਾ ਬਾਬਾ ਸੀਗਾ ਇਹ ਜਾਂ ਕਿੰਨਾ ਕੀ? ਇਹਦੇ ਇੱਕ ਨਾ ਸਾਈਡ ਤੇ ਵੀ ਕਮਰਾ ਸੀਗਾ, ਤੇ ਪਿੱਛੇ ਵੀ ਕਾਫੀ ਸੀਗਾ, ਕਿਉਂਕਿ ਦਰਖਤ ਹੋਣ ਕਰਕੇ ਦਰਖਤ ਨਹੀਂ ਕੱਟਿਆ। ਕਰਨੇ ਕਿੱਦਾਂ ਦੀ ਲੈ ਕੇ ਦਿਖਾ ਦੀ। ਅੱਛਾ, ਆਹ ਦਰਖਤ ਵਿੱਚ ਉੱਗਿਆ ਹੋਇਆ ਹਨਾ? ਹਾਂਜੀ, ਇਹ ਦਰਖਤ ਉੱਗਿਆ ਹੋਇਆ। ਆਜੋ ਹਰਨੇ ਲੈ ਕੇ ਕੈਮਰਾ। ਸੁਣੋ, ਮੈਂ ਦੱਸਦੇ ਆ ਵੀ ਸਾਹਿਤਕਾਰ ਚ ਬਹੁਤ ਵੱਡਾ ਨਾਂ ਸੀ ਯਾਰ। ਮੈਂ ਕਹਿੰਦਾ ਵੀ ਅਸੀਂ ਐਮਏ ਜਦੋਂ ਕਰਦੇ ਹੁੰਦੇ ਸੀ ਪੰਜਾਬੀ ਦੀ, ਉਹਦੇ ਵਿੱਚ ਸਿਲੇਬਸ ਹੁੰਦਾ ਸੀਗਾ ਲੇਖ ਮੈਂ ਤਾਂ ਉਹ ਨਾਟਕ ਕਣਕ ਦੀ ਬੱਲੀ, ਸੈਲ ਪੱਥਰ, ਲੋਹਾ ਕੋਟੇ, ਕਾਫੀ ਸੀ ਇਹਨਾਂ ਦੇ ਹਨਾ। ਹਾਂਜੀ ਬਿਲਕੁਲ। ਆਹ ਦੇਖੋ ਇਧਰਲੇ ਪਾਸੇ ਦਰਸ਼ਕ ਡਿੱਗ ਚੁੱਕਿਆ ਵਾ, ਮਤਲਬ ਵਿਚਾਲੇ ਕੰਧ ਕੀਤੀ। ਹਾਂ, ਦੁਬਾਰਾ ਇਹ ਪੂਰਾ ਇੱਥੇ ਤੱਕ ਸੀਗਾ ਕਮਰਾ, ਤੇ ਇਹਦੀ ਮਤਲਬ ਡਿੱਗ ਚੁੱਕਿਆ, ਉਹਦੇ ਕਰਕੇ ਹੁਣ ਦੁਬਾਰਾ ਕੰਧ ਕੱਢੀ ਗਈ ਹੈਗੀ। ਦੁਬਾਰੇ ਕੱਢਤੀ, ਚਲੋ ਫਿਰ ਵੀ ਜਿੰਨਾ ਬਚਾ ਸਕੇ ਹਨਾ, ਬਚਾ ਸਕੀਏ। ਸਹੀ ਗੱਲ ਆ। ਤੇ ਕਾਫੀ ਵਧੀਆ, ਮਤਲਬ ਕਿ ਇਹਦਾ ਨਾਂ ਹੀ ਬਹੁਤ ਸੈਣਾ ਦੁਨੀਆ ਤੇ ਮਸ਼ਹੂਰ ਹੋ ਗਿਆ। ਸੈਣਾ ਪਤਾ ਸੀ ਲੋਕਾਂ ਨੂੰ, ਪਰ ਇੰਨਾ ਨਹੀਂ ਸੀ ਪਤਾ ਕਿੱਥੇ ਆ। ਬਲਵੰਤ ਗਾਰਗੀ ਦੇ ਤੌਰ ਤੇ ਸਾਰੇ ਇਸ ਨੂੰ ਜਾਣਦੇ ਆ ਹਨਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਹੁਣ ਤਾਂ ਦੇਖੋ ਵੀ ਕੰਡੇ ਕੁੰਡੇ ਬੁਰਾ ਹਾਲ ਆ ਇੱਥੇ, ਤੇ ਪਰ ਗੱਲ ਇਹ ਆ ਵੀ ਫਿਰ ਵੀ ਚਲੋ ਕੁਛ ਨਾ ਕੁਛ ਉਦਮ ਤਾਂ ਹੋ ਰਹੇ ਆ। ਹੁਣ ਗਾਂ ਦਾ ਜਨਮ ਦਿਨ ਵੀ ਆਉਣ ਵਾਲਾ ਉਹਨਾਂ ਦਾ, 4 ਦਸੰਬਰ ਨੂੰ ਜਨਮ ਦਿਨ ਹੈਗਾ, ਤੇ ਉਦੋਂ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਮਤਲਬ ਸਾਰੇ ਮੇਰੇ ਨਾਲ ਦੀ ਟੀਮ ਦੋਸਤੀ ਸਾਰੇ ਟੀਮ ਆਪਣੀ ਜੀ ਜੀ, ਉਹ ਮੈਡਮ ਵੀ ਨਾਲ ਜੁੜੇ ਹੈਗੇ ਜੀ, ਤੇ ਇਹ ਪੂਰੀ ਸਫਾਈ ਕਰਵਾਵਾਂਗੇ ਇੱਥੇ ਆਪਾਂ। ਤੇ ਜਨਮ ਦਿਨ ਹੋ ਸਕਿਆ ਛੋਟਾ ਬਣ ਜੇ ਚਾਹੇ ਵੱਡਾ ਬਣ ਜੇ, ਉਹ ਇੱਕ ਵਾਰ ਇੱਥੇ ਮਨਾਵਾਂਗੇ। ਹਾਂ, ਲਾਜ਼ਮੀ ਹੈ। ਇੱਕ ਗੱਲ ਹੋਰ, ਮੇਰੀ ਬੇਨਤੀ ਨੂੰ ਸਵੀਕਾਰ ਕਰਿਓ, ਇਹ ਓਰੀਜਨਲ ਹੀ ਰੱਖਿਓ। ਇਹ ਨਾ ਵੀ ਬਾਹਲਾ ਕਦੇ ਤੁਸੀਂ ਨਾ ਟੀਪ ਟੱਲਾ ਜਾਂ ਨਵਾਂ ਸੀਮਟ ਥੱਪ ਕੇ ਕਿਤੇ ਖਰਾਬ, ਕਿਉਂਕਿ ਓਰੀਜਨਲ ਚੀਜ਼ ਓਰੀਜਨਲ ਹੀ ਹੁੰਦੀ ਹੈ। ਬਿਲਕੁਲ। ਜਿਹੜੇ ਆ ਕੰਡੇ ਕੱਪੇ ਜੇ ਇਹੀ ਆਪਾਂ ਸਵਾਰਨੇ ਆਗੇ, ਉੱਪਰ ਜਿਹੜੇ ਮਤਲਬ ਗੰਦਮੰਦ ਉਹੀ ਸਵਾਰਨਾਗਾ, ਤੇ ਮੁੱਦਾ ਇਹੀ ਜਿੱਥੇ ਕੋਈ ਸਪੋਰਟ ਲੱਗਦੀ ਹੋਈ ਭਾਈ ਡੈਗ ਦਾ ਉੱਥੇ ਸਪੋਰਟ ਲਾ ਦਿੱਤੀ ਜਾਵੇ ਹਨਾ, ਉਹਨੂੰ ਰੱਖਿਆ ਜਾਵੇ। ਜਦੋਂ ਨਾ ਗੱਲ ਆਪਾਂ ਕਹਿੰਦੇ ਵੀ ਲੋਕ ਸਾਹਿਤ ਤੋਂ ਦੂਰ ਹੋ ਰਹੇ ਆ, ਐ ਹੋ ਰਹੇ ਆ, ਉਹ 'ਚ ਕਿਤੇ ਨਾ ਕਿਤੇ ਆਪਾਂ ਵੀ ਜ਼ਿੰਮੇਵਾਰ ਆ ਕਿ ਨਹੀਂ? ਬਿਲਕੁਲ ਹਨਾ। ਕਈ ਜਦੋਂ ਪਤਾ ਹੀ ਨਹੀਂ ਹੈ ਬਗਾਲੇ ਨੂੰ ਕੀ ਆ। ਹੁਣ ਮੈਂ ਕਈ ਵਾਰ ਸੋਚਦਾ ਹੁੰਦਾ, ਸਾਡੇ ਵਰਗੇ ਪੱਤਰਕਾਰ ਮੈਕ ਮੂਹਰੇ ਕਰਕੇ ਪੁੱਛ ਲੈਣਗੇ ਨਿੱਕੇ ਜਿਹੇ ਬੱਚੇ ਨੂੰ, ਦੱਸੋ ਫਲਾਣੇ ਦਾ ਕੌਣ ਸੀਗਾ, ਪਹਿਲਾ ਗੁਰੂ ਕੌਣ ਸੀ, ਫਲਾਨਾ ਕੌਣ ਸੀ? ਉਹ ਫਿਰ ਕਿਵੇਂ ਦੱਸਣਗੇ? ਉਹ ਕਿਹੜਾ ਅੰਦਰੋਂ PhD ਕਰਕੇ ਆਏ, ਉਹ ਤਾਂ ਸਮਾਜ 'ਚ ਹੀ ਸਿੱਖਣਾ ਉਹਨਾਂ ਨੇ, ਤੇ ਸਮਾਜ 'ਚ ਆਪਾਂ ਨੂੰ ਨਹੀਂ ਕਈ ਵਾਰੀ ਪਤਾ ਹੁੰਦਾ ਗੱਲ। ਬਿਲਕੁਲ। ਇਹ ਅਸਲ ਵਿੱਚ ਜਿਹੜਾ ਜ਼ਰੀਆ ਬਣਿਆ ਲੋਕਡਾਊਨ ਬਣਿਆਗਾ, ਕਿਉਂਕਿ ਪਹਿਲਾਂ ਅਸੀਂ ਵੀ ਬਹੁਤ ਘੱਟ ਆਉਂਦੇ ਸੀਗੇ ਨਹਿਰੀ ਕੋਠੀ ਜੀ। ਜਦੋਂ ਲੋਕਡਾਊਨ ਹੋਇਆ ਤਾਂ ਉਹ ਟਾਈਮ ਪਾਸ ਨਹੀਂ ਹੁੰਦਾ ਸੀਗਾ, ਤਾਂ ਫਿਰ ਨਹਿਰੀ ਕੋਠੀ ਆ ਜਾਣਾ ਇੱਥੇ,
ਤੇ ਨਹਿਰੀ ਕੋਠੀ ਆ ਕੇ ਫਿਰ ਬਲਵੰਤ ਗਾਰਗੀ ਬਾਰੇ ਜਿਵੇਂ ਤੁਸੀਂ ਦੱਸਦੇ ਹੋ ਵੀ ਪੜ੍ਹਿਆ ਪੂਰਾ ਸਰਸੋਂ ਚ ਮਾਰੀ, ਫਿਰ ਦੇਖਿਆ ਤੇ ਵੀ ਪਤਾ ਲੱਗਿਆ ਸਾਨੂੰ ਵੀ ਇੱਥੇ ਉਹਨਾਂ ਦਾ ਜਨਮ ਹੋਇਆ ਸੀਗਾ। ਫਿਰ ਬਾਅਦ ਚ ਪਤਾ ਲੱਗਿਆ ਵੀ ਤਾਂ ਬਹੁਤ ਮਹਾਨ ਮਤਲਬ ਸਾਹਿਤਕਾਰ, ਬਹੁਤ ਤਕੜਾ ਸਾਹਿਤਕਾਰ ਸੀ। ਔਰ ਬਿਲਕੁਲ ਸਹੀ ਹੈ, ਉਹਨਾਂ ਦੀ ਮਤਲਬ ਸਾਹਿਤ ਅਕਾਦਮੀ ਅਵਾਰਡ ਤੇ ਪਦਮ ਸ਼੍ਰੀ ਮਤਲਬ ਮਿਲਿਆ ਹੋਇਆ ਸੀ, ਸਨਮਾਨ ਬਹੁਤ ਵੱਡਾ ਸਨਮਾਨ ਸੀ। ਤੇ ਦੂਜੀ ਗੱਲ ਹੈ ਵੀ ਬੇਬਾਕ ਬਹੁਤ ਸੀਗੇ। ਹਾਂ ਬਿਲਕੁਲ, ਉਹਨਾਂ ਵੇਲਿਆਂ 'ਚ ਖੁੱਲ ਕੇ ਗੱਲ ਕਰਨੀ ਇੱਕ ਲੜਾਈ ਦਾ ਘਰ ਹੀ ਹੁੰਦੀ ਸੀ। ਹੁਣ ਲੜਾਈ ਦਾ ਘਰ ਤਾਂ ਹੁਣ ਵੀ ਹੈਗੀ ਆ, ਮਤਲਬ ਉਹਨਾਂ ਵੇਲੇ 'ਚ ਬਾਹਲਾ ਹੁੰਦੇ ਸਿੰਘ ਸਰ ਪੱਟਣ ਵਾਲੀ ਗੱਲ ਹੁੰਦੀ, ਜਿਨ੍ਹਾਂ ਵੇਲੇ 'ਚ ਇਹਨਾਂ ਨੇ ਮਤਲਬ ਜੋ ਜੇ ਰਾਈਟ ਤੁਹਾਨੂੰ ਮੈਂ ਜਾਣਦਾ ਉਹਨਾਂ ਨੇ ਸਿੱਧਾ ਹੀ ਲਿਖ ਦੇਣਾ ਭਾਈ ਤੂੰ ਆਏ ਆ ਬੰਦਾ, ਇਹ ਜਿਹਾ ਕਿਸਮ ਹੁੰਦਾ ਸੀਗਾ। ਠੇਠ ਪੰਜਾਬੀ 'ਚ ਸਿੱਧਾ ਚੱਲਦੇ ਸੀਗੇ, ਠੇਠ ਚੱਲਦੇ ਸੀ। ਦਰਸ਼ਕੋ, ਬਲਵੰਤ ਗਾਰਗੀ ਦੀ ਖਾਸੀਅਤ ਇਹ ਵੀ ਸੀ ਨਾ, ਉਹ ਨਾਟਕ ਜਦੋਂ ਕਰਦਾ ਸੀ ਮਤਲਬ ਬਹੁਤ ਘੱਟ ਸਮਾਨ ਦੀ ਵਰਤੋਂ ਕਰਦਾ ਸੀਗਾ। ਥੋੜੇ ਜਿਹੇ ਸਮਾਨ ਦੇ ਨਾਲ ਉਹ ਵੱਡੀ ਸਾਰੀ ਗੱਲਬਾਤ ਕਰ ਜਾਂਦਾ ਸੀ। ਕਈ ਨੂੰ ਬਾਹਲੇ ਸੰਦ ਸੰਦੇੜੇ ਦੀ ਲੋੜ ਨਹੀਂ ਸੀ ਪੈਂਦੀ। ਤੁਹਾਨੂੰ ਵੀ ਦੱਸਦਾ ਵੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨਾਲ ਉਹਨਾਂ ਦੇ ਜਿਹੜੇ ਬਣਾਏ ਹੋਏ ਪ੍ਰੀਤਨਗਰ 'ਚ ਰਹਿ ਕੇ ਵੀ ਬਲਵੰਤ ਗਾਰਗੀ ਨੇ ਬਹੁਤ ਕੁਝ ਆਪ ਨੂੰ ਸੁਧਾਰਿਆ ਸੀ ਤੇ ਆਪਦੀ ਪ੍ਰਤਿਭਾ ਨੂੰ ਨਿਖਾਰਿਆ ਸੀਗਾ। ਤੇ ਇਸੇ ਨੂੰ ਦੱਸਦੇ ਵੀ ਅਮਰੀਕਾ ਦੇ ਵਿੱਚ ਥੀਏਟਰ ਦੀ ਪੜ੍ਹਾਈ ਵੀ ਮਤਲਬ ਇਹਨਾਂ ਨੇ ਕਰਵਾਈ ਸੀਗੀ, ਬਲਵੰਤ ਗਾਰਗੀ ਜੀ ਨੇ ਕਰਵਾਈ ਸੀ, ਮਤਲਬ ਟੀਚਰ ਵੀ ਸੀਗੇ ਰਹੇ। ਤੇ ਅਮਰੀਕਾ ਦੇ ਵਿੱਚ ਹੀ ਇਹਨਾਂ ਨੇ ਆਪਦਾ ਵਿਆਹ ਜੀਨੀ ਨਾਲ ਕਰਵਾ ਲਿਆ ਸੀਗਾ, ਠੀਕ ਆ, ਕਿ ਬਾਅਦ ਦੇ ਵਿੱਚ ਤਲਾਕ ਹੋ ਗਿਆ ਸੀ। ਤੇ ਉਸ ਤੋਂ ਬਾਅਦ ਆਖਰੀ ਉਮਰ ਦੇ ਵਿੱਚ ਇਹ ਮਤਲਬ ਬੰਬੇ ਚਲੇ ਗਏ ਸੀ, ਉੱਥੇ ਹੀ ਇਹਨਾਂ ਦਾ ਦੇਹਾਂਤ ਹੋਇਆ ਸੀਗਾ ਤਕਰੀਬਨ 86 ਸਾਲ ਦੀ ਉਮਰ ਭੋਗ ਕੇ, 2003 ਦੀ ਗੱਲ ਆ। ਤੇ ਇਹਨਾਂ ਵੀ ਦੱਸਦੇ ਆ ਵੀ ਇਹਨਾਂ ਦੀਆਂ ਰਚਨਾਵਾਂ ਇੰਨੀਆਂ ਪ੍ਰਸਿੱਧ ਸੀ ਕਿ ਲੋਕ ਸਿਲੇਬਸਾਂ 'ਚ ਲੱਗਦੀਆਂ ਹੁੰਦੀਆਂ ਸੀ। ਮਤਲਬ ਸਾਨੂੰ ਐਮਏ ਜਦੋਂ ਕਰਦੇ ਸੀ ਉਹਦੇ ਵਿੱਚ ਕਣਕ ਦੀ ਬੱਲੀ ਖਾਸ ਤੌਰ 'ਤੇ ਨਾਟਕ ਹੁੰਦਾ ਸੀ। ਇਸ ਤੋਂ ਬਿਨਾਂ ਅੰਕਾਂਗੀਆਂ ਦੇ ਵਿੱਚ ਛੋਟੀਆਂ ਕਲਾਸਾਂ ਦੇ ਵਿੱਚ ਵੀ ਪੰਜਾਬੀ ਸਾਹਿਤ ਦੇ ਵਿੱਚ ਵੀ ਮਤਲਬ ਜੋ ਪਾਠ ਪੁਸਤਕਾਂ ਲੱਗਦੀਆਂ ਉਹਦੇ ਵਿੱਚ ਵੀ ਇਹਨਾਂ ਦੀਆਂ ਰਚਨਾਵਾਂ ਲੱਗਦੀਆਂ ਹੁੰਦੀਆਂ ਸੀਗੀਆਂ। ਇਸ ਤੋਂ ਬਿਨਾਂ ਨੇ ਇਤਿਹਾਸਕ ਚੀਜ਼ਾਂ ਵੀ ਲਿਖੀਆਂ, ਸੁਲਤਾਨ ਰਜ਼ੀਆ ਹੋ ਗਿਆ, ਮਿਰਜ਼ਾ ਸਾਹਿਬਾ ਹੋ ਗਿਆ, ਮਤਲਬ ਇਤਿਹਾਸ ਦੀ ਵੀ ਚੰਗੀ ਪਕੜ ਰੱਖਦਾ ਸੀਗਾ ਤੇ ਉਹਨਾਂ ਨੂੰ ਆਪਦੀਆਂ ਰਚਨਾ ਦੇ ਵਿੱਚ ਪਰੋਂਦੇ ਜਾਂਦੇ ਹੁੰਦੇ ਸੀਗੇ। ਇਹ ਬਲਵੰਤ ਗਾਰਗੀ ਦੀ ਖਾਸੀਅਤ ਸੀ। ਤੁਹਾਨੂੰ ਵੀ ਦੱਸਦੇ ਹਾਂ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਸਾਹਿਤ ਦੀ, ਵੀ ਸਾਹਿਤ ਨੂੰ ਕਿਉਂ ਨਹੀਂ ਉਤਸ਼ਾਹ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਉਹ ਦਰਸ਼ਕੋ ਆਪਣੇ 'ਚ ਵੀ ਕਮੀ, ਆਪਾਂ ਉਹਨੂੰ ਪ੍ਰਮੋਟ ਨਹੀਂ ਕਰ ਪਾਉਂਦੇ। ਆਹ ਦੇਖੋ ਵੀ ਐਡਾ ਤਕੜਾ ਇਤਿਹਾਸਕਾਰ ਮਤਲਬ ਕਹਿ ਸਕਦੇ ਨਾਟਕਕਾਰ ਹੋਇਆ ਤੇ ਉਹਨਾਂ ਦੀ ਇਹ ਜਗ੍ਹਾ ਕਿੰਨੀ ਵਿਅਰਥੀ ਪਈ ਆ, ਹੈ ਨਾ। ਮੈਂ ਦੇਖਿਆ ਵੀ ਇੱਥੇ ਸੱਪ ਦੀਆਂ ਕੁੰਜਾਂ ਵਗੈਰਾ ਪਈਆਂ ਵਾ, ਕੋਈ ਸਾਫ਼ ਨਹੀਂ, ਸਫਾਈ ਨਹੀਂ, ਕੁਛ ਨਹੀਂ, ਪਰ ਫਿਰ ਵੀ ਉਹਦੀ ਰਚਨਾ ਜ਼ਰੂਰ ਸਾਫ਼ ਸੀ, ਮਤਲਬ ਲੋਕਾਂ ਦੀ ਸਮਝ ਆਉਣ ਵਾਲੀ ਸੀ। ਜੋ ਵੀ ਗੱਲ ਕਹਿੰਦਾ ਸੀ ਨਾ ਸਮਝ ਆਉਂਦੀ ਸੀਗੀ, ਭਾਵੇਂ ਦੇ ਕਿਸੇ ਦੇ ਗਿੱਟੇ ਲੱਗੇ ਤੇ ਭਾਵੇਂ ਗੋਡੇ ਲੱਗੇ, ਇਹ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਸੀ। ਇੱਕ ਮੈਂ ਦੱਸਦੇ ਹਾਂ ਵੀ ਜਦੋਂ ਨਵੇਂ ਢੰਗ ਦੇ ਨਾਟਕ ਚੱਲੇ ਸੀ ਨਾ 1870 ਦੇ ਵਿੱਚ ਅੰਗਰੇਜ਼ਾਂ ਦੇ ਆਉਣ ਦੇ ਨਾਲ ਲਾਹੌਰ ਤੇ ਅੰਮ੍ਰਿਤਸਰ ਇੱਥੇ ਵੀ ਨਵੇਂ ਥੀਏਟਰ ਖੁੱਲ੍ਹੇ ਸੀ। ਪਾਰਸ਼ੀਅਨ ਥੀਏਟਰੀਕਲ ਕੰਪਨੀਆਂ ਆਈਆਂ, ਉਹਨਾਂ ਨੇ ਵੀ ਉੱਥੇ ਸਟੇਜਾਂ ਨਵੀਆਂ ਲਾ ਕੇ ਰੰਗਮੰਚ ਸਥਾਪਿਤ ਕਰ ਲਏ ਸੀਗੇ ਤੇ ਉਹਨਾਂ ਦਾ ਪ੍ਰਭਾਵ ਵੀ ਕਿਤੇ ਨਾ ਕਿਤੇ ਬਲਵੰਤ ਗਾਰਗੀ 'ਤੇ ਸੀਗਾ ਵੀ ਨਵੀਆਂ ਤਕਨੀਕਾਂ ਦੇ ਰਾਹੀਂ ਨਾਟਕ ਕੀਤਾ ਜਾਵੇ। ਇਸ ਤੋਂ ਬਿਨਾਂ ਦੱਸਦੇ ਵੀ ਨੌਰਾ ਰਿਚਰਡ, ਨਾਟਕਾਂ ਦੀ ਜਦੋਂ ਗੱਲ ਆਉਂਦੀ ਹੈ ਨੌਰਾ ਰਿਚਰਡ ਦਾ ਬਹੁਤ ਵੱਡਾ ਨਾਂ, ਮਤਲਬ ਉਹਨਾਂ ਨੇ ਵੀ ਨਾਟਕਾਂ ਨੂੰ ਬਹੁਤ ਤਰਜੀਹ ਦਿੱਤੀ, ਮਤਲਬ ਭਾਰਤੀ ਨਾਟਕਕਾਰਾਂ ਨੂੰ ਤਰਜੀਹ ਦਿੱਤੀ, ਖਾਸ ਤੌਰ 'ਤੇ ਪੰਜਾਬੀ ਨਾਟਕਕਾਰਾਂ ਨੂੰ ਤਰਜੀਹ ਦਿੱਤੀ। ਮੈਂ ਕਹਿੰਦਾ ਸਭ ਤੋਂ ਮਸ਼ਹੂਰ ਨਾਟਕਕਾਰਾਂ ਦੀ ਗੱਲ ਕਰੀਏ, ਈਸ਼ਵਰ ਚੰਦਰ ਨੰਦਾ, ਜਿਨ੍ਹਾਂ ਨੂੰ ਆਈਸੀ ਨੰਦਾ ਵੀ ਕਹਿ ਦਿੰਦੇ ਆ, ਸੰਤ ਸਿੰਘ ਸੇਖੋ, ਅਜਮੇਰ ਸਿੰਘ ਔਲਖ, ਗੁਰਸ਼ਰਨ ਸਿੰਘ ਜੀ, ਡਾਕਟਰ ਹਰਚਰਨ ਸਿੰਘ, ਚਰਨਦਾਸ ਸਿੱਧੂ, ਹੋਰ ਵੀ ਨਾਂ ਰਹਿ ਗਏ ਹੋਣੇ ਬਹੁਤ ਸਾਰੇ, ਪਰ ਇਹ ਬਹੁਤ ਵੱਡੇ ਨਾਂ ਸੀਗੇ ਮਤਲਬ ਜਿਨ੍ਹਾਂ ਨੇ ਨਾਟਕਕਾਰਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਹਨਾਂ ਦੇ ਵਿੱਚੋਂ ਸੀ ਬਲਵੰਤ ਗਾਰਗੀ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿੱਚ ਬਹੁਤ ਯੋਗਦਾਨ ਆ। ਕਦੇ ਤੁਹਾਡਾ ਵੀ ਸਮਾਂ ਲੱਗੇ ਤਾਂ ਉਹਨਾਂ ਦੀਆਂ ਕਿਤਾਬਾਂ ਲੈ ਕੇ ਲਾਜ਼ਮੀ ਪੜ੍ਹਿਓ ਤੇ ਤੁਸੀਂ ਵੀ ਸਰਚ ਮਾਰਿਓ, ਕਿਉਂਕਿ ਬਲਵੰਤ ਗਾਰਗੀ ਦਾ ਜੀਵਨ ਬਹੁਤ ਵਿਸ਼ਾਲ ਆ ਤੇ ਉਹਨੂੰ ਆਪਾਂ 5-7 ਮਿੰਟਾਂ 'ਚ ਸਾਰੀ ਗੱਲ ਕਹਿ ਪਾਉਣਾ ਬਹੁਤ ਮੁਸ਼ਕਿਲ ਆ। ਨਾਲੇ ਆਪਣੀ 'ਚ ਇੰਨੀ ਪ੍ਰਤਿਭਾ ਨਹੀਂ ਕਿ ਆਪਾਂ ਉਹਨਾਂ ਨੂੰ ਉਹ ਲੇਖ ਆਪਦੀ ਗੱਲ ਰਾਹੀਂ ਉਹਨੂੰ ਸਮਝਾ ਸਕੀਏ, ਦਿਖਾ ਸਕੀਏ। ਸਾਹਿਤਕਾਰ ਨੂੰ ਜਾਣਨ ਦਾ ਸਭ ਤੋਂ ਚੰਗਾ ਤਰੀਕਾ ਕਿ ਉਹਦੀਆਂ ਰਚਨਾਵਾਂ ਨੂੰ ਮਾਣੋ, ਉਹਦੀ ਨਿੱਜੀ ਜ਼ਿੰਦਗੀ ਨਾਲ ਤਰਜੀਹ ਨਾ ਦਿਓ, ਉਹਦੇ ਸਾਹਿਤ 'ਚ ਉਹਨੇ ਕੀ ਲਿਖਿਆ ਉਹਨੂੰ ਤਰਜੀਹ ਦਿਓ ਤਾਂ ਤੁਹਾਨੂੰ ਉਹ ਸਾਹਿਤਕਾਰ ਜ਼ਿਆਦਾ ਸਮਝ ਆਊਗਾ। ਦਰਸ਼ਕੋ, ਹੁਣ ਆਪਾਂ ਤਾਰ ਘਰ ਦੇਖਦੇ ਹਾਂ, ਮਤਲਬ ਕਿ ਜਿੱਥੇ ਬਲਵੰਤ ਗਾਰਗੀ ਦੇ ਪਿਤਾ ਜੀ ਡਿਊਟੀ ਕਰਦੇ ਹੁੰਦੇ ਸੀ, ਨਹਿਰ ਦੇ ਨਾਲ ਨਾਲ ਉਹ ਤਾਰਾਂ ਮਸ਼ਹੂਰ ਹੁੰਦੀਆਂ ਸੀ ਨਾ, ਤਾਰਾਂ, ਉਹ ਤਾਰ ਘਰ ਇੱਥੇ ਡਿਊਟੀ ਹੁੰਦੀ ਸੀ। ਆਪਾਂ ਉਹਦੇ ਬਾਰੇ ਉਹਨੂੰ ਵੀ ਦੇਖਦੇ ਹਾਂ, ਇੱਥੇ ਡਿਊਟੀ ਹੁੰਦੀ ਸੀ ਕਹਿੰਦੇ ਵੀ ਉਹਨਾਂ ਦੇ ਪਿਤਾ ਜੀ ਦੀ। ਇੱਥੇ ਆਹ ਨਹਿਰੀ ਤਾਰ ਘਰ ਦਰਸ਼ਕੋ ਦਿਖਾ ਦਿਓ ਤੁਹਾਨੂੰ, ਮੈਂ ਆਹ ਸੀ ਲਿਖਿਆ ਨਹਿਰੀ ਤਾਰ ਘਰ, ਮਤਲਬ ਇੱਥੇ ਹੀ ਵਾਇਰਲੈਸ ਮਤਲਬ ਕੋਈ ਕਾਰਵਾਈ ਹੋਣੀ ਸੀ ਤਾਂ ਇੱਥੇ ਹੀ ਆਉਂਦੀ ਸੀ। ਮਤਲਬ ਨਹਿਰ ਦੇ ਕਿਨਾਰੇ ਕਿਨਾਰੇ ਰੈਸਟ ਹਾਊਸ ਪੁਰਾਣੇ ਬਣੇ ਹੋਏ ਆ, ਇੱਥੇ ਉਹਨਾਂ ਦੀ ਡਿਊਟੀ ਹੁੰਦੀ ਸੀ। ਮਤਲਬ ਹਜੇ ਵੀ ਉਵੇਂ ਚੀਜ਼ਾਂ ਪਈਆਂ ਨੇ, ਕਹਿ ਸਕਦੇ ਹਾਂ ਕਿ ਬੰਦੇ ਦੀ ਮਿਆਦ ਨਹੀਂ, ਚੀਜ਼ਾਂ ਦੀ ਮਿਆਦ ਹੈਗੀ ਆ ਜੇ ਉਹ ਸਾਂਭੀਆਂ ਜਾਣ ਤਾਂ। ਮਤਲਬ ਇਹ ਵੀ ਉਹਨਾਂ ਦਾ ਤਾਰ ਘਰ ਆ, ਇਹ ਤੁਸੀਂ ਵੇਖ ਸਕਦੇ ਹੋ, ਹਜੇ ਵੀ ਮਜ਼ਬੂਤ ਚੀਜ਼ਾਂ ਨੇ, ਕੰਧਾਂ ਬਹੁਤ ਚੌੜੀਆਂ ਨੇ ਤੇ ਹਜੇ ਵੀ ਉਵੇਂ ਪਿਆ। ਠੀਕ ਆ ਕਿ ਸਮੇਂ ਦੇ ਹਾਲਾਤਾਂ ਨਾਲ ਟੁੱਟ ਫੁੱਟ ਹੋ ਗਈ ਆ, ਪਰ ਸੁਰੱਖਿਆ ਪੱਖੋਂ, ਸੁੰਦਰਤਾ ਪੱਖੋਂ ਤੇ ਮਜ਼ਬੂਤੀ ਪੱਖੋਂ ਅੰਗਰੇਜ਼ਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਕੋਈ ਮੁਕਾਬਲਾ ਨਹੀਂ। ਤੁਸੀਂ ਵੇਖ ਲਓ ਕਿ ਨਵਾਂ ਪੁਲ ਵੀ ਇੱਥੇ ਨੇੜੇ ਬਣਿਆ ਤੇ ਪੁਰਾਣਾ ਵੀ ਬਣਿਆ,
ਨਵਾਂ ਡਿੱਗਣ ਵਾਲਾ ਹੋਊਗਾ ਤਾਂ ਪੁਰਾਣਾ ਉਵੇਂ ਹੀ ਖੜਾ। ਮਤਲਬ ਕਹਿ ਸਕਦੇ ਹਾਂ ਕਿ ਉਸ ਸਮੇਂ ਜੋ ਵੀ ਕੰਮ ਕੀਤਾ ਜਾਂਦਾ ਸੀ ਜ਼ਿਆਦਾ ਇਮਾਨਦਾਰੀ ਨਾਲ ਕੀਤਾ ਜਾਂਦਾ ਸੀ। ਉਹ ਗੱਲ ਵੱਖਰੀ ਸੀ ਕਿ ਸ਼ੋਸ਼ਣ ਹੁੰਦਾ ਸੀ, ਕਿਸੇ ਦਾ ਵੀ ਹੁੰਦਾ ਸੀ, ਸ਼ੋਸ਼ਣ ਤਾਂ ਹੁਣ ਵੀ ਹੁੰਦਾ ਵਾ, ਪਰ ਚੀਜ਼ ਦੀ ਕੁਆਲਿਟੀ 'ਤੇ ਜ਼ੋਰ ਦਿੱਤਾ ਜਾਂਦਾ ਸੀਗਾ। ਮਤਲਬ ਉਹਦੀ ਗਿਣਤੀ ਵਧਾਉਣ 'ਤੇ ਜ਼ੋਰ ਨਹੀਂ ਸੀ ਦਿੱਤਾ ਜਾਂਦਾ। ਇਹ ਸਾਰੇ ਰੈਸਟ ਹਾਊਸ ਬਹੁਤ ਸੋਹਣੇ, ਤੁਸੀਂ ਵੇਖੋਗੇ ਕਿ ਯਾਰ ਨਜ਼ਾਰਾ ਹੀ ਆ ਜਾਣਾ। ਮਤਲਬ ਇੰਨੀਆਂ ਪੁਰਾਣੀਆਂ ਚੀਜ਼ਾਂ ਉਸ ਹਿਸਾਬ ਦੇ ਮਤਲਬ ਬਣਾਈ ਗਈਆਂ, ਚਿਮਨੀਆਂ ਲਾਈਆਂ ਗਈਆਂ, ਉਹ ਹਜੇ ਤੱਕ ਵੀ ਬਾ ਕਮਾਲ ਆ। ਦਰਸ਼ਕੋ ਇੱਧਰਲੇ ਪਾਸੇ ਆਹ ਅੰਗਰੇਜ਼ਾਂ ਦੇ ਬਣਾਏ ਹੋਏ ਆ ਸਾਰੇ। ਇੱਥੇ ਕਹਿੰਦੇ ਵੀ ਘੋੜੇ ਬੰਨੇ ਜਾਂਦੇ ਹੁੰਦੇ ਸੀਗੇ, ਤੇ ਗਾਡਰ ਦੇਖੋ ਕਿੰਨੇ ਮਜ਼ਬੂਤ ਆ ਇਹਦੇ। ਹਰਨੇਕ ਆ ਕੇ ਨੇੜੇ ਦਿਖਾਈ, ਮਤਲਬ ਗਾਡਰ ਵਗੈਰਾ ਹਜੇ ਤੱਕ ਪੂਰੇ ਮਜ਼ਬੂਤ ਆ, ਬਾਰ ਬੂਹੇ ਪੂਰੇ ਤਕੜੇ ਲੱਗੇ ਹੋਏ ਆ, ਮਤਲਬ ਕੱਚੇ ਕੰਮ ਨਹੀਂ ਸੀ। ਤੇ ਤੁਹਾਨੂੰ ਪਤਾ ਹੀ ਆ ਅੰਗਰੇਜ਼ ਤਾਂ ਮਤਲਬ ਕਦੇ ਮੁਗਲਾਂ ਵੇਲੇ ਹੀ ਆ ਗਏ ਸੀ। ਲਾ ਲਓ ਹਿਸਾਬ ਵੀ ਤੁਸੀਂ ਅਕਬਰ ਵੇਲੇ ਵੀ ਕਹਿ ਸਕਦੇ, ਅਕਬਰ ਜਹਾਂਗੀਰ ਵੇਲੇ ਤਾਂ ਪਹੁੰਚ ਗਏ ਸੀ ਅੰਗਰੇਜ਼ ਇਸ ਧਰਤੀ ਤੇ। ਤੇ ਉਦੋਂ ਬਾਅਦ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਏਡਾ ਅੰਪਾਇਰ ਖੜਾ ਕਰ ਲਿਆ ਸੀ। ਮਤਲਬ ਸਾਧਨਾਂ ਦੀ ਉਹਨਾਂ ਨੇ ਆਪਦੇ ਆਪ ਵਿਕਸਿਤ ਕਰ ਲਏ ਸੀਗੇ। ਆਹ ਔਲਿਆਂ ਦਾ ਦਰਖਤ ਲੱਗਿਆ, ਇਹ ਵੀ ਪੁਰਾਣਾ ਹੀ ਲੱਗਿਆ ਲੱਗਦਾ। ਔਲਿਆਂ ਦਾ ਦਰਖਤ ਵੀ ਇੱਥੇ ਲੱਗਿਆ ਹੋਇਆ ਵਾ, ਦੇਖੋ। ਮਤਲਬ ਇਸ ਕਿਸਮ ਦੀਆਂ ਤੁਹਾਨੂੰ ਦੱਸਦਾ ਵੀ ਇੱਥੇ ਕਿਸਮ ਹਲਟ ਵੀ ਚੱਲਦੇ ਰਹੇ ਆ, ਉਹਦੀਆਂ ਟਿੰਡਾਂ ਪਈਆਂ ਆਹੀ ਪਈਆਂ ਹਨਾ ਬਾਈ ਜੀ। ਆਹ ਦੇ ਇੱਥੇ ਹਲਟ ਦੀਆਂ ਟਿੰਡਾਂ ਵੀ ਪਈਆਂ ਇੱਥੇ, ਆਹ ਦੇਖੋ ਲੈ, ਕਿਉਂ ਆਹ ਹੁੰਦੀਆਂ ਸੀ ਟਿੰਡਾਂ ਲੋਹੇ ਦੀਆਂ। ਮਤਲਬ ਸਿੱਟੀਆਂ ਪਈਆਂ ਇੱਥੇ। ਹੁਣ ਪਾਣੀ ਨੀਵੇਂ ਹੋ ਗਏ ਹੈ ਨਾ ਬਾਈ ਜੀ, ਤੇ ਇਸ ਕਰਕੇ ਹੁਣ ਫਾਇਦਾ ਨਹੀਂ, ਤਾਂ ਲਾਦੀਆਂ। ਆਹ ਦੇਖੋ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਸੀ। ਇਹ ਕਾਹਦੇ ਵਾਸਤੇ ਵਰਤਦੇ ਸੀ? ਇਹ ਰਸੋਈ ਸੀ। ਅੱਛਾ ਹਰਨੇਗਾ ਰਸੋਈ ਦੇਖੋ ਕਿਸ ਕਿਸਮ ਦੀ ਸੀ, ਦਿਖਾਈ ਦੇ ਕੇ ਸਾਰਿਆਂ ਨੂੰ। ਆਹ ਦੇਖੋ ਚਿਮਨੀ ਲੱਗੀ ਹੋਈ ਆ ਇੱਥੇ, ਹੈ ਨਾ, ਵੀ ਧੂੰਆਂ ਨਿਕਲ ਨੂੰ ਬਾਹਰ ਪ੍ਰਬੰਧ ਸੀ। ਦੇਖੋ ਪਹਿਲਾਂ ਹੀ ਆਹ ਹਵਾ ਪੈਣ ਨੂੰ ਤਾਕੀ ਹੋ ਗਈ, ਉਹ ਚਿਮਨੀ ਤਾਂ ਤੋਂ ਦਿਖਾ ਦੇ। ਮਤਲਬ ਇਸ ਕਿਸਮ ਦਾ ਧੂੰਆਂ ਨਿਕਲ ਨੂੰ ਬਾਹਰ ਹੀ ਪ੍ਰਬੰਧ ਸੀ। ਮਤਲਬ ਇਹ ਅੰਗਰੇਜ਼ਾਂ ਨੇ ਇਹ ਨਹਿਰ ਦੇ ਕਿਨਾਰੇ ਕਿਉਂ ਚੁਣਿਆ? ਕਿਉਂਕਿ ਸੁਹਾਵਣਾ ਮੌਸਮ ਹੁੰਦਾ ਸੀ, ਵਧੀਆ ਮੌਸਮ ਹੁੰਦਾ ਸੀ, ਇਸ ਕਰਕੇ ਅੰਗਰੇਜ਼ਾਂ ਨੇ ਇਸ ਥਾਂ ਨੂੰ ਚੁਣਿਆ ਸੀਗਾ। ਆਹ ਦੇਖੋ ਕਿੱਡੀਆਂ ਸੋਹਣੀਆਂ ਬਾਈ ਜੀ। ਤੁਹਾਡੇ ਤਾਂ ਮੈਂ ਕਹਿੰਦਾ ਸਵਿਟਜ਼ਰਲੈਂਡ ਦੇ ਬਰਾਬਰ ਹੀ ਤੁਸੀਂ ਹੋ। ਬਿਲਕੁਲ ਹੈ ਗੱਲ ਇਹ ਆ ਵੀ ਥੋੜੀ ਕਦਰ ਨਹੀਂ ਹੋਈ ਆ, ਤੇ ਕਿੱਡੀਆਂ ਇਹ ਜਿਹੀਆਂ ਇਮਾਰਤਾਂ ਮਿਲਦੀਆਂ ਕਿਤੇ। ਇਹ ਸਹਿਣਾ ਘੱਟ ਤੇ ਸਵਿਟਜ਼ਰਲੈਂਡ ਵੱਧ ਲੱਗੇ ਇਹ। ਬਿਲਕੁਲ ਜੀ, ਇਹ ਆਫਿਸ ਸੀਗਾ ਜੀ। ਆਹ ਦੇਖੋ ਤਾਂ ਸਹੀ ਕਿੱਡਾ ਸੋਹਣੀਆਂ। ਇਹਨਾਂ ਦੇ ਫਾਦਰ ਜੀ ਮਤਲਬ ਨਹਿਰੀ ਮਹਿਕਮੇ 'ਚ ਉਹ ਜੌਬ ਕਰਦੇ ਸੀ, ਗੇਜ ਰੀਡਰ ਦੀ ਪੋਸਟ ਸੀਗੀ ਉਹਨਾਂ ਦੀ ਜੀ। ਤੇ ਇਹ ਆਫਿਸ ਸੀਗਾ ਉਹਨਾਂ ਦਾ। ਅੱਛਾ ਇਹ ਆਫਿਸ ਹੁੰਦਾ ਸੀਗਾ? ਹਾਂਜੀ ਆਫਿਸ ਹੁੰਦਾ ਸੀਗਾ। ਇਹ ਪੁਰਾਣਾ ਹੀ ਆ ਬਿਲਕੁਲ। ਤਕਰੀਬਨ ਨਹਿਰ ਇਹ ਮੇਰੇ ਖਿਆਲ 'ਚ 1870 ਦੇ ਕਰੀਬ ਪੱਟੀ ਗਈ ਆ, ਹਨਾ। 73 70 ਹੋ ਸਕਦਾ, ਕਨਫਰਮ ਦਰਸ਼ਕੋ ਕਰ ਦਿਓ ਤੁਸੀਂ ਜੇ ਮੈਂ ਗਲਤ ਹੋਵਾਂ ਤਾਂ। ਪਰ ਉਹਨਾਂ ਦੇ ਵੇਲੇ 'ਚ ਨਾਲ ਦੀ ਨਾਲ ਹੀ ਬਣਾਈ ਗਈ। ਇਹ ਜ਼ਿਲ੍ਹੇਦਾਰ ਦਾ ਮਤਲਬ ਸਾਰੀਆਂ ਜੁੜੀਆਂ ਹੀ ਚੀਜ਼ਾਂ ਵਾ। ਦਰਸ਼ਕੋ ਬਲਵੰਤ ਗਾਰਗੀ ਦੇ ਪਿਤਾ ਜੀ ਨਾ ਬਾਬੂ ਸ਼ਿਵ ਕੁਮਾਰ ਸੀ, ਮਤਲਬ ਉਹਨਾਂ ਦਾ ਇੱਥੇ ਸੀਗਾ ਜ਼ਿਆਦਾ। ਆਹ ਕੁਆਟਰ ਸੀ ਉਹਨਾਂ ਦਾ, ਹਨਾ। ਦੇਖੋ ਕਿੱਡਾ ਤਕੜੀ ਗੱਲਬਾਤ ਸੀ, ਤੇ ਘੈਂਟ ਬੰਦਾ ਸੀ ਪੂਰਾ ਉਹਨਾਂ ਵੇਲੇ 'ਚ, ਹਨਾ। ਗੱਲ ਵੀ ਇੰਟਰਨੈਟ ਪੜ੍ਹਾਈ ਵੀ, PhD ਵੀ ਕੀਤੀ ਉਹਨਾਂ ਨੇ, ਇੰਟਰਨੈਸ਼ਨਲ ਬਾਕੀ ਮਤਲਬ ਪਹਿਚਾਣੇ ਜਾਂਦੇ ਆ। ਉਹਨਾਂ ਦਾ ਨਾਟਕ ਸੀ ਜਿਹੜੇ ਇਕੱਲੇ ਇੱਥੇ ਹੀ ਨਹੀਂ ਖੇਡੇ ਜਾਂਦੇ ਸੀ, ਸਪੇਨ, ਇੰਗਲੈਂਡ, ਯੂਰਪ ਦੇ ਵਿੱਚ ਵੀ ਖੇਡੇ ਗਏ ਨਾਟਕ ਉਹਨਾਂ ਦੇ। ਤੇ ਉਹਨਾਂ ਵੇਲੇ 'ਚ ਨਾਟਕ ਬਹੁਤ ਵੱਡੀ ਚੀਜ਼ ਹੁੰਦਾ ਸੀ। ਤੁਸੀਂ ਤਾਂ ਆਪਣਾ ਪਹਿਲੀਆਂ 'ਚ ਦੇਖਿਆ ਬਜ਼ੁਰਗਾਂ ਨਾਟਕ ਨਕਲੀਆਂ ਨੇ ਆਉਣਾ ਤਾਂ ਲੋਕ ਸਲਾਹਾਂ, ਇੰਨਾ ਫਿਲਮ ਦਾ ਚਾਅ ਨਹੀਂ ਹੁਣ ਹੁੰਦਾ ਜਿੰਨਾ ਉਹਨਾਂ ਵੇਲੇ 'ਚ ਨਾਟਕ ਦੇਖਣ ਦਾ ਚਾਅ ਹੁੰਦਾ ਸੀ, ਹੈ ਨਾ ਬਾਈ ਜੀ। ਕਮਾਲ ਹੀ ਸੀ ਮਾਹੌਲ ਉਦੋਂ। ਸਹੀ ਆ। ਸੋ ਬਾਈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਮੈਂ ਕਹਿੰਦਾ ਵੀ ਟੀਮ ਚੀਜ਼ ਨੂੰ ਸਾਂਭ ਕੇ ਰੱਖੇ ਤਾਂ ਆਉਣ ਵਾਲੇ ਸਮੇਂ 'ਚ ਨਾ ਬਾਹਲੀ ਕੰਮ ਆਉਣੀ ਆ ਚੀਜ਼। ਕਿਉਂਕਿ ਦੂਜੀ ਗੱਲ ਇਹ ਆ ਵੀ ਲੋਕਾਂ ਨੇ ਕਹਿਣਾ ਵੀ ਸਾਡੇ ਬਜ਼ੁਰਗਾਂ ਨੇ ਚੰਗੇ ਕੰਮ ਕੀਤੇ ਆ, ਨਹੀਂ ਤਾਂ ਬਾਈ ਤੁਹਾਨੂੰ ਵੀ ਲਾਹਨਤਾਂ ਹੀ ਪੈਣੀਆਂ, ਹਨਾ। ਆਪਾਂ ਸਾਰੇ ਜ਼ਿੰਮੇਵਾਰ ਆ ਇਹ ਚੀਜ਼ ਲਈ। ਜੇ ਆਪਾਂ ਨਾ ਸੰਭਾਲ ਰੱਖਣਾ, ਉਦੋਂ ਸੀਗੇ ਬਸ ਸਾਂਭਿਆ ਨਹੀਂ ਇਹਨਾਂ ਨੇ, ਕਮੇਟੀ ਦਾ ਬਣਾ ਲਈ ਸੀ। ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਆਪਾਂ ਨਵਾਂ ਵਿਸ਼ਾ ਲੈ ਕੇ ਆਉਂਦੇ ਆ। ਮਿਹਰਬਾਨੀ, ਧੰਨਵਾਦ।